हाँ जी प्यारे बच्चों, मैं दीपक कुमार साइंस मास्टर सरकारी मिडल स्कूल धांदरा ਜ਼ਿਲ੍ਹਾ ਸੰਗਰੂਰ ਅੱਜ ਦੇ ਇਸ ਸਾਇੰਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਪਿਆਰੇ ਬੱਚਿਓ, ਅੱਜ ਅਸੀਂ ਕਲਾਸ 8ਵੀਂ ਦਾ ਪਾਠ ਦੂਸਰਾ ਸੂਖਮ ਜੀਵ ਮਿੱਤਰ ਅਤੇ ਦੁਸ਼ਮਣ ਦਾ ਭਾਗ ਦੂਸਰਾ ਸ਼ੁਰੂ ਕਰਨ ਜਾ ਰਹੇ ਹਾਂ। ਆਓ ਬੱਚਿਓ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਬੱਚਿਓ ਸਾਡੇ ਕੋਲ ਆਂਦਾ ਹੈ ਹਾਨੀਕਾਰਕ ਸੂਖਮ ਜੀਵ। ਕਿਹੜੇ ਆਂਦੇ ਨੇ? ਹਾਨੀਕਾਰਕ ਸੂਖਮ ਜੀਵ ਕਿਹੜੇ ਹੁੰਦੇ ਨੇ? ਪਿਆਰੇ ਬੱਚਿਓ, ਕਈ ਵਾਰ ਸੂਖਮ ਜੀਵ ਹਾਨੀਕਾਰਕ ਵੀ ਹੁੰਦੇ ਹਨ ਤੇ ਕੁਝ ਸੂਖਮ ਜੀਵ ਪੌਦਿਆਂ, ਜੰਤੂਆਂ ਅਤੇ ਮਨੁੱਖਾਂ ਵਿੱਚ ਬਿਮਾਰੀ ਦਾ ਕਾਰਨ ਵੀ ਬਣਦੇ ਹਨ। ਬਿਮਾਰੀਆਂ ਫੈਲਾਉਣ ਵਾਲੇ ਇਹਨਾਂ ਜੀਵਾਣੂਆਂ ਨੂੰ ਬੱਚਿਓ ਰੋਗਜਨਕ ਸੂਖਮ ਜੀਵ ਹੈ ਜਿਹੜਾ ਆਖਦੇ ਹਨ। ਕਿਹੜੇ? ਰੋਗਜਨਕ ਸੂਖਮ ਜੀਵ ਆਖਦੇ ਹਨ। ਕੁਝ ਸੂਖਮ ਜੀਵ ਭੋਜਨ, ਕੱਪੜੇ ਅਤੇ ਚਮੜੇ ਨੂੰ ਵੀ ਹੈ ਜਿਹੜਾ ਨਸ਼ਟ ਕਰ ਦਿੰਦੇ ਹਨ। ਆਓ ਆਪਾਂ ਇਹਨਾਂ ਦੀਆਂ ਹੋਰ ਹਾਨੀਕਾਰਕ ਕਿਰਿਆਵਾਂ ਬਾਰੇ ਅੱਜ ਅਧਿਐਨ ਕਰਾਂਗੇ। ਪਿਆਰੇ ਬੱਚਿਓ, ਇਸ ਤੋਂ ਪਹਿਲੇ ਭਾਗ ਦੇ ਵਿੱਚ ਅਸੀਂ ਸੂਖਮ ਜੀਵਾਂ ਦੇ ਲਾਭਾਂ ਬਾਰੇ ਪੜ੍ਹਿਆ ਸੀ। ਅੱਜ ਅਸੀਂ ਉਹਨਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਪੜ੍ਹ ਰਹੇ ਹਾਂ। ਹਾਂਜੀ ਬੱਚਿਓ, ਸਭ ਤੋਂ ਪਹਿਲਾਂ ਆਉਂਦਾ ਬੱਚਿਓ ਮਨੁੱਖ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵ। ਵੀ ਸੂਖਮ ਜੀਵ ਮਨੁੱਖ ਵਿੱਚ ਕਿਸ ਤਰ੍ਹਾਂ ਰੋਗ ਨੇ ਜਿਹੜੇ ਫੈਲਾਉਂਦੇ ਨੇ? ਪਿਆਰੇ ਬੱਚਿਓ, ਜਿਹੜੇ ਰੋਗਜਨਕ ਸੂਖਮ ਜੀਵ ਹੁੰਦੇ ਨੇ, ਇਹ ਕੀਟਾਣੂ ਸਾਡੇ ਸਰੀਰ ਅੰਦਰ ਸਾਹ ਲੈਣ ਲਈ ਅੰਦਰ ਲਿਜਾਏਗੀ ਹਵਾ ਦੁਆਰਾ। ਕਿਸ ਰਾਹੀਂ? ਹਵਾ ਦੁਆਰਾ, ਪੀਣ ਵਾਲੇ ਪਾਣੀ ਦੁਆਰਾ ਜਾਂ ਖਾਦੇ ਗਏ ਭੋਜਨ ਦੁਆਰਾ ਦਾਖਲ ਨੇ ਜਿਹੜੇ ਹੁੰਦੇ ਨੇ। ਦੇਖੋ ਬੱਚਿਓ, ਤਿੰਨ ਤਰੀਕੇ ਨਾਲ ਜਿਹੜੇ ਸਾਡੇ ਇਹ ਕੀਟਾਣੂ ਨੇ ਸਾਡੇ ਸਰੀਰ ਵਿੱਚ ਦਾਖਲ ਹੁੰਦੇ ਨੇ। ਦੇਖੋ, ਨੰਬਰ 1 ਕਿਸ ਰਾਹੀਂ? ਹਵਾ ਦੁਆਰਾ। ਦੂਸਰਾ ਬੱਚਿਓ ਪਾਣੀ ਦੁਆਰਾ। ਤੀਸਰਾ ਸਾਡੇ ਦੁਆਰਾ ਖਾਦੇ ਗਏ ਭੋਜਨ ਦੁਆਰਾ। ਅੱਗੇ ਬੱਚਿਓ, ਇਹ ਕੀਟਾਣੂ ਤੰਦਰੁਸਤ ਵਿਅਕਤੀ ਤੱਕ ਕਿਸੇ ਰੋਗੀ ਵਿਅਕਤੀ ਦੇ ਸਿੱਧੇ ਸੰਪਰਕ ਦੁਆਰਾ ਜਾਂ ਫਿਰ ਕਿਸੇ ਜੰਤੂ ਦੁਆਰਾ ਸਥਾਨਾਂਤਰਿਤ ਕੀਤੇ ਜਾਂ ਫੈਲਾਏ ਜਾਂਦੇ ਹਨ। ਕਹਿਣ ਦਾ ਕੀ ਮਤਲਬ ਹੈ? ਕਈ ਵਾਰ ਕੋਈ ਰੋਗੀ ਵਿਅਕਤੀ ਹੁੰਦਾ ਹੈ, ਉਸ ਰਾਹੀਂ ਵੀ ਹਵਾ ਰਾਹੀਂ ਜਾਂ ਉਸ ਨਾਲ ਸੰਪਰਕ ਦੇ ਵਿੱਚ ਵੀ ਇਹ ਰੋਗ ਹੈ ਜਿਹੜਾ ਲੱਗ ਸਕਦਾ ਹੈ। ਇਹ ਰੋਗ ਕਿਸੇ ਜੰਤੂ ਨੂੰ ਵੀ ਹੋ ਸਕਦਾ ਹੈ, ਉਸ ਤੋਂ ਵੀ ਇਹ ਜਿਹੜਾ ਰੋਗ ਫੈਲਦਾ ਹੈ। ਅੱਗੇ, ਸੂਖਮ ਜੀਵਾਂ ਦੁਆਰਾ ਫੈਲਾਏ ਜਾਣ ਵਾਲੇ ਰੋਗ ਜੋ ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਹਵਾ, ਪਾਣੀ, ਭੋਜਨ ਜਾਂ ਸਿੱਧੇ ਸੰਪਰਕ ਦੁਆਰਾ ਪਹੁੰਚ ਜਾਣ, ਉਹਨਾਂ ਨੂੰ ਲਾਗ ਦੇ ਰੋਗ ਆਖਿਆ ਜਾਂਦਾ ਹੈ। ਦੇਖੋ ਬੱਚਿਓ, ਬਹੁਤ ਹੀ ਮਹੱਤਵਪੂਰਨ ਲਾਈਨ ਹੈ ਇਹ। ਕੀ ਕਿਹਾ ਗਿਆ ਹੈ? ਸੂਖਮ ਜੀਵ ਦੁਆਰਾ ਫੈਲਾਏ ਜਾਣ ਵਾਲੇ ਰੋਗ ਜੋ ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ, ਕਿਸ ਤੋਂ? ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਕਿਸ ਰਾਹੀਂ? ਹਵਾ, ਪਾਣੀ, ਭੋਜਨ ਜਾਂ ਸਿੱਧੇ ਸੰਪਰਕ ਦੁਆਰਾ ਪਹੁੰਚ ਜਾਣ, ਉਹ ਕਿਹੜੇ ਰੋਗ ਹੋ ਜਾਂਦੇ ਨੇ? ਲਾਗ ਦੇ ਰੋਗ ਕਹਿਲਾਉਂਦੇ ਨੇ। ਜਿਵੇਂ ਕਿ ਬੱਚਿਓ ਉਦਾਹਰਨ ਦੇ ਤੌਰ ਤੇ ਹੈਜ਼ਾ, ਆਮ ਜ਼ੁਕਾਮ, ਚਿਕਨ ਪਾਕਸ, ਟੀਵੀ ਜਿਸ ਨੂੰ ਤਪੈਦਿਕ ਵੀ ਹੈ ਜਿਹੜਾ ਬੋਲਿਆ ਜਾਂਦਾ ਹੈ, ਇਹ ਲਾਗ ਦੇ ਰੋਗ ਨੇ ਜਿਹੜੇ ਕਿ ਇੱਕ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਪਹੁੰਚਦੇ ਨੇ। ਹਾਂਜੀ ਬੱਚਿਓ, ਅੱਗੇ ਆਉਂਦਾ ਹੈ ਜਦੋਂ ਇੱਕ ਜ਼ੁਕਾਮ ਨਾਲ ਪੀੜਿਤ ਵਿਅਕਤੀ ਛਿੱਕਾਂ ਮਾਰਦਾ ਹੈ। ਕੀ ਮਾਰਦਾ ਹੈ? ਛਿੱਕਾਂ ਮਾਰਦਾ ਹੈ, ਤਾਂ ਹਜ਼ਾਰਾਂ ਹੀ ਵਿਸ਼ਾਣੂਆਂ ਨਾਲ ਭਰੇ ਨਮੀ, ਜਿਸ ਨੂੰ ਅਸੀਂ ਬਾਸ਼ਪ ਬੋਲ ਦਿੰਦੇ ਹਾਂ, ਦੇ ਛੋਟੇ ਛੋਟੇ ਤੁਪਕੇ ਡ੍ਰੌਪਲੇਟਸ ਹਵਾ ਵਿੱਚ ਫੈਲ ਜਾਂਦੇ ਹਨ। ਇਹ ਵਿਸ਼ਾਣੂ ਇੱਕ ਤੰਦਰੁਸਤ ਵਿਅਕਤੀ ਅੰਦਰ ਸਾਹ ਲੈਣ ਸਮੇਂ ਦਾਖਲ ਹੁੰਦੇ ਨੇ। ਦੇਖੋ ਬੱਚਿਓ, ਅੱਜ ਕੱਲ੍ਹ ਕਰੋਨਾ ਨਾਂ ਦੀ ਬਿਮਾਰੀ ਹੈ ਜਿਹੜੀ ਸਾਰੇ ਭਾਰਤ ਵਰਸ਼ ਵਿੱਚ ਫੈਲੀ ਹੋਈ ਹੈ। ਇਸ ਵਿੱਚ ਵੀ ਕੀ ਹੁੰਦਾ ਹੈ? ਇੱਕ ਰੋਗੀ ਵਿਅਕਤੀ ਹੈ ਜਿਹੜਾ ਦੂਸਰੇ ਤੰਦਰੁਸਤ ਵਿਅਕਤੀ ਨੂੰ ਹਵਾ ਰਾਹੀਂ ਹੀ ਬਿਮਾਰ ਕਰ ਰਿਹਾ ਹੈ, ਜਿਸ ਕਰਕੇ ਅਸੀਂ ਸਾਰੇ ਮਾਸਕ ਹੈ ਜਿਹੜੇ ਪਹਿਨ ਰਹੇ ਹਾਂ। ਹਾਂਜੀ ਬੱਚਿਓ, ਹੁਣ ਕਈ ਵਾਰ ਆਉਂਦਾ ਹੈ
ਇਹਨਾਂ ਲਾਗ ਦੇ ਰੋਗਾਂ ਨੂੰ ਫੈਲਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਵੀ ਜਿਹੜੇ ਲਾਗ ਦੇ ਰੋਗ ਫੈਲ ਰਹੇ ਨੇ ਇਹਨਾਂ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ? ਤਾਂ ਬੱਚਿਓ, ਛਿੱਕਾਂ ਮਾਰਨ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ? ਆਪਣਾ ਰੁਮਾਲ ਹੈ ਜਿਹੜਾ ਨੱਕ ਅਤੇ ਮੂੰਹ ਦੇ ਅੱਗੇ ਰੱਖਣਾ ਚਾਹੀਦਾ ਹੈ। ਇਹ ਵਧੀਆ ਹੋਵੇਗਾ, ਸਭ ਤੋਂ ਵਧੀਆ ਕੀ ਹੋਵੇਗਾ ਕਿ ਅਸੀਂ ਕਿਸੇ ਰੋਗੀ ਵਿਅਕਤੀ ਤੋਂ ਦੂਰ ਹੀ ਰਹੀਏ। ਕੀ ਕਰੀਏ? ਰੋਗੀ ਵਿਅਕਤੀ ਤੋਂ ਦੂਰ ਹੀ ਸਾਨੂੰ ਰਹਿਣਾ ਚਾਹੀਦਾ ਹੈ ਤਾਂ ਕਿ ਉਸ ਦੀ ਬਿਮਾਰੀ ਸਾਡੇ ਤੱਕ ਨਾ ਪਹੁੰਚ ਸਕੇ। ਹਾਂਜੀ ਬੱਚਿਓ, ਅੱਗੇ ਆਉਂਦਾ ਹੈ, ਕੁਝ ਕੀਟ ਅਤੇ ਜੰਤੂ ਇਹਨਾਂ ਰੋਗ ਫੈਲਾਉਣ ਵਾਲੇ ਕੀਟਾਣੂਆਂ ਲਈ ਵਾਹਕ ਦਾ ਕੰਮ ਕਰਦੇ ਨੇ। ਵਾਹਕ ਦਾ ਮਤਲਬ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਪਹੁੰਚਾਉਣ ਦਾ ਕੰਮ ਹੈ ਜਿਹੜਾ ਕਰਦੇ ਨੇ। ਜਿਵੇਂ ਕਿ ਘਰੇਲੂ ਮੱਖੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਘਰੇਲੂ ਮੱਖੀ ਇਹਨਾਂ ਵਿੱਚੋਂ ਇੱਕ ਵਾਹਕ ਹੈ। ਘਰੇਲੂ ਮੱਖੀ ਕੀ ਹੈ? ਇੱਕ ਵਾਹਕ ਦਾ ਕੰਮ ਕਰਦੀ ਹੈ। ਇਹ ਮੱਖੀਆਂ ਕੂੜੇ ਕਰਕਟ ਅਤੇ ਮਲ ਮੂਤਰ ਉੱਪਰ ਬੈਠ ਜਾਂਦੀਆਂ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀ ਘਰੇਲੂ ਮੱਖੀ ਹੈ ਕਿਸ ਤੇ ਬੈਠਦੀ ਹੈ? ਜ਼ਿਆਦਾਤਰ ਕੂੜੇ ਕਰਕਟ ਅਤੇ ਮਲ ਮੂਤਰ ਤੇ। ਤਾਂ ਬੱਚਿਓ, ਜਿਹੜੇ ਕੀਟਾਣੂ ਹੁੰਦੇ ਨੇ ਇਹਨਾਂ ਦੇ ਸਰੀਰ ਉੱਪਰ ਚਿਪਕ ਜਾਂਦੇ ਹਨ। ਕਿਹੜੇ? ਗੰਦੇ ਕੀਟਾਣੂ ਹੋਏ ਜਿਹੜੇ। ਜਦੋਂ ਇਹ ਮੱਖੀਆਂ ਅਣਢਕੇ ਭੋਜਨ ਉੱਪਰ ਬੈਠਦੀਆਂ ਹਨ ਤਾਂ ਕੀਟਾਣੂ ਭੋਜਨ ਅੰਦਰ ਦਾਖਲ ਹੋ ਜਾਂਦੇ ਹਨ। ਜਿਹੜਾ ਵੀ ਕੋਈ ਇਹ ਦੂਸ਼ਿਤ ਭੋਜਨ ਖਾਂਦਾ ਹੈ, ਉਹ ਕੀ ਹੋ ਜਾਂਦਾ ਹੈ? ਬਿਮਾਰ ਹੋ ਜਾਂਦਾ ਹੈ। ਇਸ ਲਈ ਕੀ ਸਲਾਹ ਦਿੱਤੀ ਜਾਂਦੀ ਹੈ ਕਿ ਭੋਜਨ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਕੀ ਕਰਨਾ ਚਾਹੀਦਾ ਹੈ? ਭੋਜਨ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਅਣਢਕਿਆ ਜਾਂ ਨੰਗਾ ਭੋਜਨ ਖਾਣ ਤੋਂ ਹਮੇਸ਼ਾ ਪਰਹੇਜ਼ ਕਰੋ। ਅੱਗੇ ਆਉਂਦਾ ਬੱਚਿਓ, ਰੋਗ ਵਾਹਕ ਦੀ ਇੱਕ ਹੋਰ ਉਦਾਹਰਣ ਹੈ ਕਿ ਮਾਦਾ ਐਨਫਲੀਜ਼ ਮੱਛਰ। ਕਿਹੜੀ ਹੈ? ਮਾਦਾ ਐਨਫਲੀਜ਼ ਮੱਛਰ, ਜੋ ਮਲੇਰੀਆ ਰੋਗ ਦੇ ਪਰਜੀਵੀ ਦਾ ਵਾਹਕ ਹੈ। ਕੌਣ ਹੈ? ਮਾਦਾ ਐਨਫਲੀਜ਼ ਮੱਛਰ ਹੈ ਜਿਹੜਾ ਮਲੇਰੀਆ ਫੈਲਾਉਣ ਦਾ ਪਰਜੀਵੀ ਦਾ ਵਾਹਕ ਹੈ। ਇੱਥੇ ਕੀ ਹੈ ਬੱਚਿਓ? ਮਾਦਾ ਐਡੀਜ਼ ਮੱਛਰ, ਜਿਹੜਾ ਕਿਹੜਾ? ਮਾਦਾ ਐਡੀਜ਼ ਮੱਛਰ ਡੇਂਗੂ ਵਿਸ਼ਾਣੂ ਦੇ ਵਾਹਕ ਦਾ ਕੰਮ ਹੈ ਜਿਹੜਾ ਕਰਦੀ ਹੈ। ਕਾਹਦਾ ਕੰਮ ਕਰਦੀ ਹੈ? ਡੇਂਗੂ ਫੈਲਾਉਣ ਦਾ ਕਾਰਨ ਹੈ ਜਿਹੜਾ ਬਣਦੀ ਹੈ। ਬੱਚਿਓ, ਅਸੀਂ ਮਲੇਰੀਆ ਅਤੇ ਡੇਂਗੂ ਨੂੰ ਫੈਲਣ ਤੋਂ ਕਿਵੇਂ ਰੋਕ ਸਕਦੇ ਹਾਂ? ਹਮੇਸ਼ਾ ਦਿਮਾਗ 'ਚ ਆਉਂਦਾ ਹੈ ਵੀ ਅਸੀਂ ਮਲੇਰੀਆ ਅਤੇ ਡੇਂਗੂ ਨੂੰ ਫੈਲਣ ਤੋਂ ਕਿਵੇਂ ਰੋਕ ਸਕਦੇ ਹਾਂ। ਇਸ ਵਿੱਚ ਦੇਖੋ ਬੱਚਿਓ, ਅਸੀਂ ਕੀਟ ਅਤੇ ਜੰਤੂ ਬਾਰੇ ਗਿਆਨ ਲੈ ਰਹੇ ਹਾਂ ਵੀ ਇਹ ਜਿਹੜੇ ਕੀਟ ਅਤੇ ਜੰਤੂ ਨੇ ਇਹ ਰੋਗ ਵਾਹਕ ਦਾ ਕੰਮ ਕਿਵੇਂ ਕਰਦੇ ਨੇ। ਬੱਚਿਓ, ਜਿਵੇਂ ਕਿ ਘਰੇਲੂ ਮੱਖੀ ਹੈ, ਇਹ ਕੂੜੇ ਕਰਕਟ ਅਤੇ ਮਲ ਮੂਤਰ 'ਤੇ ਬੈਠਦੀ ਹੈ, ਜਿਸ ਨਾਲ ਕੀਟਾਣੂ ਦੇ ਸਰੀਰ ਉੱਪਰ ਬੈਠ ਜਾਂਦੇ ਨੇ ਅਤੇ ਇਹ ਸਾਡੇ ਜਦੋਂ ਅਣਢਕੇ ਭੋਜਨ ਉੱਪਰ ਬੈਠਦੀ ਹੈ ਅਤੇ ਕੀਟਾਣੂ ਹੈ ਜਿਹੜਾ ਇਹ ਭੋਜਨ ਦੇ ਉੱਪਰ ਬੈਠ ਜਾਂਦਾ ਹੈ, ਜਿਸ ਨਾਲ ਸਾਡਾ ਭੋਜਨ ਕੀ ਹੋ ਜਾਂਦਾ? ਦੂਸ਼ਿਤ ਹੋ ਜਾਂਦਾ ਹੈ ਅਤੇ ਉਹ ਦੂਸ਼ਿਤ ਭੋਜਨ ਖਾ ਕੇ ਅਸੀਂ ਕੀ ਹੋ ਜਾਂਦੇ ਹਾਂ? ਬਿਮਾਰ ਹੋ ਜਾਂਦੇ ਹਾਂ। ਇਸ ਲਈ ਹਮੇਸ਼ਾ ਸਾਨੂੰ ਕੀ ਕਰਨਾ ਚਾਹੀਦਾ ਹੈ? ਆਪਦੇ ਭੋਜਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਅੱਗੇ ਆਉਂਦਾ ਬੱਚਿਓ, ਜਿਹੜਾ ਇੱਕ ਰੋਗ ਵਾਹਕ ਹੈ ਮਾਦਾ ਐਨਫਲੀਜ਼ ਮੱਛਰ ਵੀ ਹੈ, ਰੋਗ ਵਾਹਕ ਦਾ ਕੰਮ ਕਰਦਾ ਹੈ, ਜਿਸ ਤੋਂ ਸਾਨੂੰ ਕਿਹੜੀ ਬਿਮਾਰੀ ਫੈਲਦੀ ਹੈ? ਮਲੇਰੀਆ। ਅਤੇ ਬੱਚਿਓ, ਜਿਹੜੀ ਮਾਦਾ ਐਡੀਜ਼ ਮੱਛਰ ਰਾਹੀਂ ਕਿਹੜੀ ਬਿਮਾਰੀ ਫੈਲਦੀ ਹੈ? ਡੇਂਗੂ। ਹੁਣ ਆਪਾਂ ਦੇਖਾਂਗੇ ਇਹ ਅਸੀਂ ਕਿਵੇਂ ਬਚ ਸਕਦੇ ਹਾਂ। ਸਭ ਤੋਂ ਪਹਿਲਾਂ ਬੱਚਿਓ, ਅਸੀਂ ਕੀ ਦੇਖਦੇ ਹਾਂ? ਸਾਡੇ ਅਧਿਆਪਕ ਸਾਨੂੰ ਹਮੇਸ਼ਾ ਹੀ ਇਹ ਕਿਉਂ ਕਹਿੰਦੇ ਹਨ ਕਿ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਦੇਖੋ, ਪਾਣੀ ਸਾਨੂੰ ਆਪਣੇ ਆਲੇ ਦੁਆਲੇ ਇਕੱਠਾ ਨਹੀਂ ਕਰਨਾ ਚਾਹੀਦਾ। ਕਿਉਂ ਨਹੀਂ ਕਰਨਾ ਚਾਹੀਦਾ? ਦੇਖੋ ਬੱਚਿਓ, ਸਾਰੇ ਮੱਛਰ ਪਾਣੀ ਵਿੱਚ ਕੀ ਕਰਦੇ ਨੇ? ਅੰਡੇ ਦਿੰਦੇ ਹਨ। ਕੀ ਕਰਦੇ ਨੇ? ਪਾਣੀ ਵਿੱਚ ਅੰਡੇ ਦਿੰਦੇ ਹਨ। ਇਸ ਲਈ ਸਾਨੂੰ ਕੂਲਰ, ਟਾਇਰ, ਫੁੱਲਦਾਨ ਆਦਿ ਕਿਸੇ ਵੀ ਥਾਂ ਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਕੀ ਨਹੀਂ ਹੋਣ ਦੇਣਾ ਚਾਹੀਦਾ? ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਤੇ ਸੁੱਕਾ ਰੱਖ ਕੇ ਮੱਛਰਾਂ ਨੂੰ ਵਧਣ ਤੋਂ ਰੋਕ ਸਕਦੇ ਹਾਂ। ਕੁਝ ਅਜਿਹੇ ਢੰਗਾਂ ਦੀ ਸੂਚੀ ਬਣਾਓ ਜੋ ਮਲੇਰੀਆ ਨੂੰ ਫੈਲਣ ਤੋਂ ਬਚਾਉਣ ਵਿੱਚ ਮਦਦ
ਕਰਨ। ਇਹ ਤੁਸੀਂ ਸੂਚੀ ਬਣਾ ਕੇ ਦੱਸਣੀ ਹੈ ਵੀ ਤੁਸੀਂ ਮਲੇਰੀਆ ਨੂੰ ਫੈਲਣ ਤੋਂ ਕਿਵੇਂ ਬਚਾ ਸਕਦੇ ਹੋ। ਸਭ ਤੋਂ ਵਧੀਆ ਢੰਗ ਕੀ ਹੈ ਵੀ ਆਪਣੇ ਆਲੇ ਦੁਆਲੇ ਜਿੱਥੇ ਵੀ ਪਾਣੀ ਇਕੱਠਾ ਹੁੰਦਾ ਹੈ ਉੱਥੇ ਪਾਣੀ ਇਕੱਠਾ ਹੋਣ ਤੋਂ ਬਚਾ ਕਰਨਾ ਹੈ, ਤਾਂ ਕਿ ਕੋਈ ਵੀ ਮੱਛਰ ਉੱਥੇ ਆਪਦੇ ਅੰਡੇ ਜਿਹੜਾ ਨਾ ਛੱਡ ਸਕੇ। ਹਾਂਜੀ ਬੱਚਿਓ, ਅੱਗੇ ਆਉਂਦਾ ਹੈ ਮਨੁੱਖ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਰੋਗ ਕਿਹੜੇ ਨੇ ਅਤੇ ਉਹਨਾਂ ਦੇ ਵਾਹਕ ਕੌਣ ਨੇ। ਵਾਹਕ ਮਤਲਬ ਸਥਾਂਤਰਨ ਦਾ ਕਾਰਨ ਜਿਹੜੇ ਬਣਦੇ ਨੇ, ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਣ ਦਾ ਜਿਹੜਾ ਕੰਮ ਕਰਦੇ ਨੇ, ਅਤੇ ਅਸੀਂ ਉਸ ਤੋਂ ਕਿਵੇਂ ਬਚਾਅ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਮਨੁੱਖੀ ਰੋਗ ਦੇ ਵਿੱਚ ਆਉਂਦਾ ਬੱਚੋ ਤਪਦੀ, ਜਿਸ ਨੂੰ ਅਸੀਂ ਟੀਵੀ ਕਹਿੰਦੇ ਹਾਂ। ਟੀਵੀ ਕਿਸ ਕਰਕੇ ਹੁੰਦਾ ਹੈ? ਜੀਵਾਣੂ ਨਾਲ। ਅੱਗੇ ਆਉਂਦੇ ਨੇ ਬੱਚੋ ਮੀਵਲਸ, ਜਿਸ ਨੂੰ ਕਣਪੜੇ ਬੋਲਿਆ ਜਾਂਦਾ ਹੈ। ਇਹ ਕਿਸ ਨਾਲ ਹੁੰਦਾ ਹੈ? ਵਿਸ਼ਾਣੂ ਨਾਲ। ਅੱਗੇ ਆਉਂਦਾ ਬੱਚੋ ਚਿਕਨ ਪਾਕਸ, ਜੋ ਕਿ ਚੇਚਕ ਹੈ। ਇਸ ਦਾ ਰੋਗ ਕਾਰਕ ਕੌਣ ਹੈ? ਵਿਸ਼ਾਣੂ। ਅੱਗੇ ਆਉਂਦਾ ਬੱਚੋ ਪੋਲੀਓ। ਪੋਲੀਓ ਦਾ ਰੋਗ ਕਾਰਕ ਕੌਣ ਹੈ? ਵਿਸ਼ਾਣੂ। ਇਹ ਬੱਚੋ ਜਿਹੜੀ ਇਹ ਬਿਮਾਰੀਆਂ ਨੇ, ਇਹਨਾਂ ਦਾ ਕਾਰਨ ਕੀ ਹੈ? ਹਵਾ। ਕਿਹੜਾ ਕਾਰਨ ਬਣਦਾ ਹੈ? ਹਵਾ। ਹੁਣ ਇਸ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਰੋਗੀ ਨੂੰ ਇੱਥੇ ਅਲੱਗ ਰੱਖੋ। ਰੋਗੀ ਦੁਆਰਾ ਵਰਤੇ ਜਾਣ ਵਾਲੇ ਬਰਤਨ, ਕੱਪੜੇ ਅਤੇ ਹੋਰ ਸਮਾਨ ਬਾਕੀ ਮੈਂਬਰਾਂ ਤੋਂ ਅਲੱਗ ਰੱਖੋ। ਉਚਿਤ ਸਮੇਂ ਤੇ ਕੀ ਕਰਨਾ ਚਾਹੀਦਾ ਹੈ? ਟੀਕਾਕਰਨ ਹੈ ਜਿਹੜਾ ਕਰਵਾਉਣਾ ਚਾਹੀਦਾ ਹੈ। ਅੱਗੇ ਆਉਂਦਾ ਬੱਚੋ ਮਨੁੱਖੀ ਰੋਗ ਆਉਂਦਾ ਹੈ ਹੈਜ਼ਾ। ਹੈਜ਼ਾ ਬੱਚੋ ਕਿਸ ਨਾਲ ਫੈਲਦਾ ਹੈ? ਜੀਵਾਣੂ। ਇਹਦੇ ਦਾਖਲ ਹੋਣ ਦਾ ਸਾਧਨ ਕੀ ਹੈ? ਪਾਣੀ ਅਤੇ ਭੋਜਨ। ਇੱਕ ਆਉਂਦਾ ਬੱਚੋ ਮਿਆਦੀ ਬੁਖਾਰ। ਮਿਆਦੀ ਬੁਖਾਰ ਦਾ ਰੋਗ ਕਾਰਕ ਕੌਣ ਹੈ? ਜੀਵਾਣੂ। ਇਹਦੇ ਦਾਖਲ ਹੋਣ ਦਾ ਕਾਰਨ ਕੌਣ ਬਣਦਾ ਹੈ? ਪਾਣੀ। ਇਸ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਪੂਰਨ ਤੌਰ ਤੇ ਨਿੱਜੀ ਸਫਾਈ ਅਤੇ ਮਲ ਮੂਤਰ ਦਾ ਯੋਗ ਹੈ ਜਿਹੜਾ ਨਿਪਟਾਰਾ ਕਰਨਾ ਚਾਹੀਦਾ ਹੈ। ਪੂਰੀ ਤਰ੍ਹਾਂ ਪੱਕਿਆ ਸ਼ੁੱਧ ਭੋਜਨ ਹੈ ਜਿਹੜਾ ਖਾਣਾ ਚਾਹੀਦਾ ਹੈ। ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ ਅਤੇ ਉਚਿਤ ਸਮੇਂ ਤੇ ਟੀਕਾਕਰਨ ਹੈ ਜਿਹੜਾ ਕਰਵਾਉਣਾ ਚਾਹੀਦਾ ਹੈ। ਅੱਗੇ ਬੱਚੇ ਇੱਕ ਰੋਗ ਆਉਂਦਾ ਹੈ ਹੈਪੇਟਾਈਟਸ ਏ। ਹੈਪੇਟਾਈਟਸ ਏ ਦਾ ਰੋਗ ਕਾਰਕ ਕੌਣ ਹੈ? ਵਿਸ਼ਾਣੂ ਹੈ। ਇਹਦੇ ਦਾਖਲ ਹੋਣ ਦਾ ਸਾਧਨ ਕੀ ਹੈ? ਪਾਣੀ ਹੈ। ਹੁਣ ਅੱਗੇ ਆਉਂਦਾ ਬੱਚਿਓ, ਸਾਨੂੰ ਕੀ ਕਰਨਾ ਚਾਹੀਦਾ ਬਚਾਉਣ ਦੇ ਵਿੱਚ? ਉਬਲਿਆ ਹੋਇਆ ਪਾਣੀ ਹੈ ਜਿਹੜਾ ਵਰਤਣਾ ਚਾਹੀਦਾ ਹੈ। ਉਚਿਤ ਸਮੇਂ ਤੇ ਟੀਕਾਕਰਨ ਹੈ ਜਿਹੜਾ ਕਰਵਾਉਣਾ ਚਾਹੀਦਾ ਹੈ। ਅੱਗੇ ਆਉਂਦਾ ਬੱਚੋ ਮਲੇਰੀਆ। ਬੱਚੋ ਮਲੇਰੀਆ ਦਾ ਰੋਗ ਕਾਰਕ ਕੌਣ ਹੈ? ਪ੍ਰੋਟੋਜੋਆ। ਪ੍ਰੋਟੋਜੋਆ ਦੇ ਦਾਖਲ ਹੋਣ ਦਾ ਕਾਰਨ ਕੀ ਹੈ? ਮਾਦਾ ਐਨਫਲੀਜ਼ ਮੱਛਰ। ਕਿਹੜਾ ਹੈ? ਮਾਦਾ ਐਨਫਲੀਜ਼ ਮੱਛਰ। ਤੇ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਮੱਛਰਦਾਨੀਆਂ ਦੀ ਥਾਂ ਮੱਛਰਦਾਨੀਆਂ ਦੀ ਜਾਂ ਮੱਛਰ ਭਜਾਉਣ ਵਾਲੇ ਪਦਾਰਥਾਂ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ। ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਮੱਛਰਾਂ ਦੇ ਵਾਧੇ ਨੂੰ ਕਾਬੂ ਕਰਨ ਲਈ ਆਪਣੇ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ। ਮੈਨੂੰ ਉਮੀਦ ਹੈ ਬੱਚਿਓ ਇਹ ਤੁਸੀਂ ਸਮਝ ਚੁੱਕੇ ਹੋ। ਹਾਂਜੀ ਬੱਚਿਓ, ਹੁਣ ਅਸੀਂ ਪੜ੍ਹ ਰਹੇ ਹਾਂ ਜੀਵਾਂ ਜਾਂ ਪਸ਼ੂਆਂ ਵਿੱਚ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ। ਪਿਆਰੇ ਬੱਚਿਓ, ਬਹੁਤ ਸਾਰੇ ਸੂਖਮ ਜੀਵ ਕੇਵਲ ਪੌਦਿਆਂ ਅਤੇ ਮਨੁੱਖਾਂ ਵਿੱਚ ਹੀ ਰੋਗ ਪੈਦਾ ਨਹੀਂ ਕਰਦੇ, ਬਲਕਿ ਜੰਤੂਆਂ ਵਿੱਚ ਵੀ ਰੋਗ ਹੈ ਜਿਹੜਾ ਪੈਦਾ ਕਰਦੇ ਨੇ। ਉਦਾਹਰਨ ਦੇ ਤੌਰ ਤੇ ਐਂਥ੍ਰੈਕਸ ਰੋਗ। ਕਿਹੜਾ ਰੋਗ? ਐਂਥ੍ਰੈਕਸ ਰੋਗ। ਇਹ ਬੱਚੋ ਰੋਗ ਮਨੁੱਖਾਂ ਅਤੇ ਜੰਤੂਆਂ ਵਿੱਚ ਜੀਵਾਣੂਆਂ ਨਾਲ ਫੈਲਣ ਵਾਲਾ ਭਿਆਨਕ ਰੋਗ ਹੈ। ਪਸ਼ੂਆਂ ਨੂੰ ਹੋਣ ਵਾਲਾ ਮੂੰਹ ਖੋਰ ਦਾ ਰੋਗ ਹੈ ਜਿਹੜਾ ਵਿਸ਼ਾਣੂਆਂ ਕਾਰਨ ਹੁੰਦਾ ਹੈ। ਬੱਚਿਓ, ਰਾਬਰਟ ਕੋਚ ਨਾਂ ਦੇ ਜਿਹੜੇ ਵਿਗਿਆਨੀ ਨੇ, ਇਹਨਾਂ ਨੇ 1876 ਈਸਵੀ ਵਿੱਚ ਬੇਸਿਲਸ ਐਂਥ੍ਰਾਸਿਸ ਨਾਂ ਦੇ ਜੀਵਾਣੂ ਦੀ ਜਿਹੜੀ ਖੋਜ ਕੀਤੀ ਹੈ, ਜੋ ਐਂਥ੍ਰੈਕਸ ਨਾਂ ਦਾ ਰੋਗ ਪੈਦਾ ਕਰਨ ਦਾ ਕਾਰਨ ਬਣਦਾ ਹੈ। ਬੱਚਿਓ, ਆਪਣੇ ਕੋਲ ਅੱਗੇ ਆਉਂਦਾ ਹੈ ਪੌਦਿਆਂ ਵਿੱਚ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ। ਦੇਖੋ, ਸਭ ਤੋਂ ਪਹਿਲਾਂ ਅਸੀਂ ਮਨੁੱਖ ਵਿੱਚ ਪੜ੍ਹੇ, ਹੁਣ ਅਸੀਂ ਜੀਵ ਜਾਂ ਪਸ਼ੂਆਂ ਵਿੱਚ ਪੜ੍ਹੇ ਆ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ। ਹੁਣ ਅਸੀਂ ਕਿਹੜੇ ਪੜ੍ਹ ਰਹੇ ਹਾਂ? ਪੌਦਿਆਂ ਵਿੱਚ ਰੋਗ ਪੈਦਾ ਕਰਨ ਵਾਲੇ ਸੂਖਮ ਜੀਵ।
हाँ जी बच्चों, बहुत सारे सूक्ष्म जीव अजिहे हैं जो कणक, धान, आलू, गन्ना, संतरा, सेब ਅਤੇ ਹੋਰ ਕਈ ਪੌਦਿਆਂ ਵਿੱਚ ਰੋਗ ਦਾ ਕਾਰਨ ਨੇ ਜਿਹੜੇ ਬਣਦੇ ਹਨ। ਬੱਚਿਓ, ਰੋਗ ਹੈ ਜਿਹੜਾ ਫਸਲ ਦੀ ਉਪਜ ਨੂੰ ਕੀ ਕਰ ਦਿੰਦਾ ਹੈ, ਘਟਾ ਦਿੰਦਾ ਹੈ। ਅਜਿਹੇ ਕੁਝ ਪੌਦਿਆਂ ਦੇ ਰੋਗ ਬਾਰੇ ਸਾਰਨੀ ਜਿਹੜੀ ਆਪਾਂ ਹੁਣ ਪੜਾਂਗੇ। ਇਹਨਾਂ ਰੋਗਾਂ ਨੂੰ ਬੱਚਿਓ ਕਾਬੂ ਕਰਨ ਲਈ ਕੁਝ ਰਸਾਇਣਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ, ਜੋ ਰੋਗ ਪੈਦਾ ਕਰਨ ਵਾਲੇ ਸੂਖਮ ਜੀਵਾਂ ਨੂੰ ਕੀ ਕਰ ਦਿੰਦੀ ਹੈ, ਮਾਰ ਦਿੰਦੀ ਹੈ। ਹਾਂਜੀ ਬੱਚਿਓ, ਹੁਣ ਅਸੀਂ ਪੜ੍ਹ ਰਹੇ ਹਾਂ ਸੂਖਮ ਜੀਵ ਕਾਰਨ ਪੈਦਾ ਹੋਣ ਵਾਲੇ ਕੁਝ ਰੋਗ। ਇਹ ਬੱਚਿਓ ਰੋਗ ਹੈਗੇ ਨੇ ਪੌਦਿਆਂ ਵਿੱਚ। ਹੁਣ ਸਭ ਤੋਂ ਪਹਿਲਾਂ ਆਉਂਦਾ ਸਾਡੇ ਕੋਲੇ ਸਿਟਰਸ ਕੈਂਕਰ। ਇਹ ਕਿਸ ਸੂਖਮ ਜੀਵ ਰਾਹੀਂ ਹੁੰਦਾ ਹੈ, ਜੀਵਾਣੂ ਰਾਹੀਂ। ਫੈਲਣ ਦਾ ਤਰੀਕਾ ਕੀ ਹੈ ਬੱਚਿਓ, ਹਵਾ। ਇੱਕ ਅੱਗੇ ਰੋਗ ਆਉਂਦਾ ਬੱਚਿਓ ਸਾਡੇ ਕੋਲੇ ਕਣਕ ਦੀ ਕੁੰਗੀ। ਇਹ ਕਿਸ ਨਾਲ ਫੈਲਦੀ ਆ, ਉੱਲੀ ਨਾਲ। ਫੈਲਣ ਦਾ ਤਰੀਕਾ ਕੀ ਹੈ, ਹਵਾ। ਅੱਗੇ ਬੱਚਿਓ ਪੌਦਾ ਰੋਗ ਹੈ ਪਿੰਡੀ ਦਾ ਯੈਲੋ ਵੈਨ ਮੁੰਜੈਕ ਰੋਗ। ਇਸ ਕਿਸ ਸੂਖਮ ਜੀਵ ਰਾਹੀਂ, ਵਿਸ਼ਾਣੂ ਰਾਹੀਂ। ਫੈਲਣ ਦਾ ਤਰੀਕਾ ਕੀ ਹੈ ਬੱਚਿਓ, ਕੀਟ। ਮੈਨੂੰ ਉਮੀਦ ਹੈ ਤੁਹਾਨੂੰ ਪਤਾ ਚੱਲ ਚੁੱਕਿਆ। ਹਾਂਜੀ ਬੱਚਿਓ, ਅੱਗੇ ਆਉਂਦਾ ਹੈ ਭੋਜਨ ਦਾ ਵਿਸ਼ੈਲਾਪਨ। ਕੀ ਆਉਂਦਾ ਹੈ, ਭੋਜਨ ਦਾ ਵਿਸ਼ੈਲਾਪਨ। ਬੁੱਝੋ ਨੂੰ ਉਸਦੀ ਸਹੇਲੀ ਨੇ ਇੱਕ ਪਾਰਟੀ ਤੇ ਆਉਣ ਲਈ ਸੱਦਾ ਭੇਜਿਆ ਅਤੇ ਉੱਥੇ ਉਸਨੇ ਬਹੁਤ ਕਿਸਮ ਦੇ ਭੋਜਨ ਪਦਾਰਥਾਂ ਦਾ ਆਨੰਦ ਹੈ ਜਿਹੜਾ ਮਾਣਿਆ। ਪਰ ਘਰ ਆਉਂਦੇ ਹੀ ਉਸਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਹਸਪਤਾਲ ਹੈ ਜਿਹੜਾ ਲਿਜਾਣਾ ਪਿਆ। ਡਾਕਟਰ ਨੇ ਦੱਸਿਆ ਕਿ ਇਸ ਦੀ ਅਜਿਹੀ ਹਾਲਤ ਭੋਜਨ ਦੇ ਵਿਸ਼ੈਲੇਪਨ ਕਾਰਨ ਹੋ ਸਕਦੀ ਹੈ, ਵੀ ਉਸਨੇ ਵਿਸ਼ੈਲਾ ਭੋਜਨ ਖਾਇਆ ਸੀ ਜਿਸ ਕਰਕੇ ਉਹ ਬਿਮਾਰ ਹੋ ਗਈ। ਹੁਣ ਇੱਥੇ ਗੱਲ ਇਹ ਹੈ ਵੀ ਪਹੇਲੀ ਹੈਰਾਨ ਹੈ ਕਿ ਭੋਜਨ ਹੈ ਜਿਹੜਾ ਵਿਸ਼ੈਲਾ ਕਿਵੇਂ ਹੋ ਸਕਦਾ ਹੈ। ਆਓ ਜਾਣੀਏ ਬੱਚਿਓ। ਸੂਖਮ ਜੀਵਾਂ ਦੁਆਰਾ ਦੂਸ਼ਿਤ ਕੀਤਾ ਹੋਇਆ ਭੋਜਨ ਖਾਣ ਕਾਰਨ ਭੋਜਨ ਹੈ ਜਿਹੜਾ ਜ਼ਹਿਰੀਲਾ ਹੋ ਸਕਦਾ ਹੈ। ਭੋਜਨ ਪਦਾਰਥਾਂ ਵਿੱਚ ਵਾਧਾ ਕਰ ਰਹੇ ਸੂਖਮ ਜੀਵ ਜ਼ਹਿਰੀਲੇ ਪਦਾਰਥ ਨੇ ਜਿਹੜੇ ਪੈਦਾ ਕਰਦੇ ਹਨ। ਇਹ ਭੋਜਨ ਨੂੰ ਜ਼ਹਿਰੀਲਾ ਜਿਹੜਾ ਬਣਾ ਦਿੰਦੇ ਹਨ ਅਤੇ ਵਿਅਕਤੀ ਲਈ ਇਹ ਗੰਭੀਰ ਬਿਮਾਰੀ ਜਾਂ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਭੋਜਨ ਨੂੰ ਵਿਸ਼ੈਲਾ ਹੋਣ ਤੋਂ ਬਚਾਉਣ ਲਈ ਕਿਸੇ ਚੰਗੇ ਢੰਗ ਨਾਲ ਸੁਰੱਖਿਅਤ ਹੈ ਜਿਹੜਾ ਰੱਖ ਸਕੀਏ। ਹਾਂਜੀ ਬੱਚਿਓ, ਹੁਣ ਅੱਗੇ ਆਪਾਂ ਪੜਾਂਗੇ ਭੋਜਨ ਦਾ ਸੁਰੱਖਿਅਨ, ਵੀ ਭੋਜਨ ਨੂੰ ਅਸੀਂ ਵਿਸ਼ੈਲਾ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ। ਦੇਖੋ ਬੱਚਿਓ, ਜਿਹੜਾ ਅਸੀਂ ਪਹਿਲਾ ਪਾਠ ਪੜ੍ਹਿਆ ਸੀ ਉਸ ਵਿੱਚ ਅਸੀਂ ਅਨਾਜ ਨੂੰ ਸੁਰੱਖਿਅਤ ਰੱਖਣ ਬਾਰੇ ਜਿਹੜਾ ਪੜ੍ਹ ਚੁੱਕੇ ਹਾਂ। ਹੁਣ ਅਸੀਂ ਪੜਾਂਗੇ ਅਸੀਂ ਘਰ ਵਿੱਚ ਜਿਹੜਾ ਆਪਣਾ ਪੱਕਿਆ ਹੋਇਆ ਅਨਾਜ ਹੈ ਇਸ ਨੂੰ ਅਸੀਂ ਕਿਵੇਂ ਸੁਰੱਖਿਅਤ ਹੈ ਜਿਹੜਾ ਰੱਖ ਸਕਦੇ ਹਾਂ। ਤੁਸੀਂ ਜਾਣਦੇ ਹੋ ਜੇਕਰ ਨਮੀ ਵਾਲੀ ਬ੍ਰੈਡ ਜਿਹੜੀ ਕਿ ਡਬਲ ਰੋਟੀ ਜਿਸ ਨੂੰ ਆਖਿਆ ਜਾਂਦਾ ਹੈ ਅਨਵਰਤੀ ਰਹਿ ਜਾਵੇ ਤਾਂ ਉਸ ਉੱਪਰ ਹੈ ਜਿਹੜੀ ਉੱਲੀ ਹੈ ਜਿਹੜੀ ਉੱਗ ਆਉਂਦੀ ਹੈ। ਇਸ ਤਰ੍ਹਾਂ ਬੱਚੇ ਸੂਖਮ ਜੀਵ ਨੇ ਜਿਹੜੇ ਸਾਡੇ ਭੋਜਨ ਨੂੰ ਖਰਾਬ ਕਰ ਦਿੰਦੇ ਹਨ। ਖਰਾਬ ਭੋਜਨ ਦੇ ਵਿੱਚੋਂ ਕੀ ਆਉਂਦੀ ਹੈ, ਬਦਬੂ ਆਉਂਦੀ ਹੈ ਅਤੇ ਉਸ ਦਾ ਸਵਾਦ ਵੀ ਕੀ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਸ ਦਾ ਰੰਗ ਵੀ ਹੈ ਜਿਹੜਾ ਬਦਲ ਜਾਂਦਾ ਹੈ। ਹੁਣ ਆਪਣੇ ਕੋਲ ਇੱਕ ਪ੍ਰਸ਼ਨ ਆਉਂਦਾ ਕਿ ਭੋਜਨ ਦਾ ਖਰਾਬ ਹੋਣਾ ਇੱਕ ਰਸਾਇਣਿਕ ਕਿਰਿਆ ਹੈ। ਦੇਖੋ ਬੱਚਿਓ, ਸਭ ਤੋਂ ਪਹਿਲਾਂ ਇੱਥੇ ਪਹੇਲੀ ਨਾਂ ਦੀ ਲੜਕੀ ਹੈ, ਉਹ ਕੁਝ ਅੰਬ ਖਰੀਦਦੀ ਹੈ ਅਤੇ ਉਹ ਉਹਨਾਂ ਨੂੰ ਕੁਝ ਦਿਨ ਖਾ ਨਾ ਸਕੀ ਤੇ ਉਸਨੇ ਵੇਖਿਆ ਕਿ ਅੰਬ ਨੇ ਜਿਹੜੇ ਖਰਾਬ ਹੋ ਗਏ ਨੇ ਅਤੇ ਗਲ ਗਏ ਨੇ। ਪਰ ਉਹ ਹੈਰਾਨ ਇਸ ਲਈ ਹੈ ਕਿ ਉਸਦੀ ਦਾਦੀ ਜੀ ਦੁਆਰਾ ਬਣਾਇਆ ਅੰਬ ਦਾ ਅਚਾਰ ਹੈ ਜਿਹੜਾ ਬਹੁਤ ਦੇਰ ਤੱਕ ਵੀ ਖਰਾਬ ਨਹੀਂ ਹੋਇਆ। ਉਹ ਇਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ। ਆਓ ਉਸ ਦੀ ਪਰੇਸ਼ਾਨੀ ਨੂੰ ਦੂਰ ਕਰੀਏ। ਸਭ ਤੋਂ ਪਹਿਲਾਂ ਬੱਚੋ ਦੇਖੋ, ਆਪਾਂ ਆਪਣੇ ਘਰਾਂ ਵਿੱਚ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਜਾਂਦੇ ਆਮ ਢੰਗਾਂ ਬਾਰੇ ਪੜਾਂਗੇ। ਸਾਨੂੰ ਆਪਣੇ ਭੋਜਨ ਨੂੰ ਸੂਖਮ ਜੀਵਾਂ ਦੇ ਹਮਲੇ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਤਾਂ ਉਹਦੇ ਲਈ ਕਿਹੜੇ-ਕਿਹੜੇ ਢੰਗ ਨੇ? ਸਭ ਤੋਂ ਪਹਿਲਾਂ ਬੱਚਿਓ ਸਾਡੇ ਕੋਲ ਆਉਂਦਾ ਹੈ ਰਸਾਇਣਿਕ ਢੰਗ। ਰਸਾਇਣਿਕ ਢੰਗ 'ਚ ਕੀ ਆਉਂਦਾ ਹੈ? ਨਮਕ ਅਤੇ ਖਾਣ ਵਾਲਾ ਤੇਲ ਕੁਝ ਆਮ ਰਸਾਇਣਿਕ ਨੇ ਜਿਨ੍ਹਾਂ ਨੂੰ ਸੂਖਮ ਜੀਵਾਂ ਦੇ ਵਾਧੇ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ।
इस लिए इन्हां नूं परिरक्षक है जिहड़ा कहा जाता है। असीं अचारां नूं सूखम जीवां दे हमले तो बचा के रखण लई उन्हां विच की पाने आ, नमक जां तेजाब है जिहड़ा वरतदे आ, जिहड़े कि परिरक्षक के तौर ते ने जिहड़े मिलाए जाते हैं। बच्चों, सोडियम बेंजोएट ਅਤੇ सोडियम ਮੈਟਾਵਾਈਸਲਫੇਟ आम ਵਰਤੇ ਜਾਣ ਵਾਲੇ परिरक्षक हैं। इन्हां नूं जैम ਅਤੇ ਸੁਕੈਸ਼ आदि ਨੂੰ खराब होने तो बचाउण लई ਵਰਤਿਆ ਜਾਂਦਾ है। किस नूं? सोडियम बेंजोएट ਅਤੇ सोडियम ਮੈਟਾਵਾਈਸਲਫੇਟ ਨੂੰ। हाँ जी बच्चों, ਜਿਹੜਾ ਸਾਡਾ ਖਾਣ ਵਾਲੇ ਨਮਕ ਦੀ ਵਰਤੋਂ ਹੈ ਜਿਹੜੀ, ਇਸ ਦੇ ਨਾਲ ਵੀ ਅਸੀਂ ਭੋਜਨ ਦਾ ਸੁਰੱਖਿਅਨ ਕਰਦੇ ਹਾਂ। ਉਹ ਕਿਵੇਂ? ਕਹਿੰਦਾ ਬਹੁਤ ਪੁਰਾਣੇ ਸਮੇਂ ਤੋਂ ਮੀਟ ਅਤੇ ਮੱਛੀ ਨੂੰ ਸੁਰੱਖਿਅਤ ਰੱਖਣ ਲਈ ਨਮਕ ਦੀ ਵਰਤੋਂ ਹੈ ਜਿਹੜੀ ਕੀਤੀ ਜਾ ਰਹੀ ਹੈ। ਜੀਵਾਣੂਆਂ ਦੇ ਹਮਲੇ ਤੋਂ ਬਚਾਉਣ ਲਈ ਮੀਟ ਅਤੇ ਮੱਛੀ ਨੂੰ ਸੁੱਕੇ ਨਮਕ ਨਾਲ ਹੈ ਜਿਹੜਾ ਢੱਕ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਓਲੇ, ਅੰਬ ਅਤੇ ਇਮਲੀ ਨੂੰ ਵੀ ਸੁਰੱਖਿਅਤ ਰੱਖਣ ਲਈ ਵੀ ਨਮਕ ਦੀ ਵਰਤੋਂ ਹੈ ਜਿਹੜੀ ਕੀਤੀ ਜਾਂਦੀ ਹੈ। नमक तो इलावा बच्चों असी चीनी का उपयोग भी करते हैं अपने भोजन को बचाने लई। किस तरह? जैम, जैली ਅਤੇ ਸਕੈਸ਼ ਦੀ ਵਰਤੋਂ है ਜਿਹੜੀ ਉਹ ਚੀਨੀ ਨਾਲ ਹੀ ਕੀਤੀ ਜਾਂਦੀ ਹੈ। ਕਹਿੰਦਾ ਜੈਮ, ਜੈਲੀ ਅਤੇ ਸਕੈਸ਼ ਨੂੰ ਸੁਰੱਖਿਅਤ ਰੱਖਣ ਲਈ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਖੰਡ ਕੀ ਕਰਦੀ ਹੈ? ਨਮੀ ਦੀ ਮਾਤਰਾ ਨੂੰ ਘਟਾ ਦਿੰਦੀ ਹੈ, ਜਿਸ ਨਾਲ ਜੀਵਾਣੂ ਦੇ ਵਾਧੇ ਦੇ ਉੱਪਰ ਰੋਕ ਹੈ ਜਿਹੜੀ ਲੱਗ ਜਾਂਦੀ ਹੈ ਅਤੇ ਸਾਡਾ ਭੋਜਨ ਹੈ ਜਿਹੜਾ ਖਰਾਬ ਹੋਣ ਤੋਂ बच जाता है। अगे आंदा बच्चों, तेल ਅਤੇ सिरके की वरतों राਹੀਂ भी असी भोजन का सुरक्षण है जिहड़ा असी करते हाँ। किस तरह? तेल ਅਤੇ सिरका अचारां नूं खराब होने तो बचाउंदे हन, क्योंकि जीवाणु अजिहे माध्यम विच जिउंदे नहीं रह सकते। सब्जियां, फल, मच्छी ਅਤੇ मीट अक्सर ही इस विधि राਹੀਂ सुरक्षित ने जिहड़े रखे जाते हैं। अगला तरीका आंदा बच्चों, ताप ਅਤੇ ठंडक द्वारा उपचार। किस तरह? तुसी जरूर ही अपने माता जी ਨੂੰ ਦੁੱਧ ਨੂੰ ਸਟੋਰ ਕਰਨ ਜਾਂ ਵਰਤਣ ਤੋਂ ਪਹਿਲਾਂ ਉਬਾਲਦੇ ਹੋਏ ਵੇਖਿਆ ਹੋਵੇਗਾ। ਦੇਖੋ, ਜਦੋਂ ਦੁੱਧ ਸਾਡੇ ਘਰ ਚ ਆਉਂਦਾ ਹੈ ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ? ਉਸ ਨੂੰ ਉਬਾਲਦੇ ਹਾਂ। ਕਿਉਂ ਉਬਾਲਦੇ ਹਾਂ? ਕਿਉਂਕਿ ਉਬਾਲਣ ਨਾਲ ਬਹੁਤ ਸਾਰੇ ਸੂਖਮ ਜੀਵ ਨੇ ਜਿਹੜੇ ਮਰ ਜਾਂਦੇ ਹਨ। ਇਸ ਤਰ੍ਹਾਂ ਅਸੀਂ ਭੋਜਨ ਨੂੰ ਫ੍ਰਿਜ ਵਿੱਚ ਰੱਖਦੇ ਹਾਂ। ਅੱਗੇ, घट तापमान सूक्ष्म जीव के वाधे नूं रोक दिंदा है। हुण बच्चों, असी पैकेट वाले दुध भी देखते हाँ। देखो, दुध जो पैकेटां विच आउंदा है वो खराब नहीं हुंदा। तो मेरे माता जी ने दस्सिया कि वह पाश्चीकृत हुंदा है। हुण असी जानांगे पाश्चीकरण की हुंदा है। बच्चों, पाश्चीकृत दुध उबालण तो बिना ही वरतिया जा सकता है, क्योंकि वो हानिकारक सूक्ष्म जीवां तो मुक्त हुंदा है। पाश्चीकृत दुध की है? हानिकारक सूक्ष्म जीवां तो मुक्त हुंदा है। इसलिए की किया जाता है? दुध नूं पहला 70 डिग्री सेंटीग्रेड उपर 15 तो 30 सैकेंड तक गर्म है जिहड़ा किया जाता है ਅਤੇ फिर एकदम इस नूं ठंडा करके स्टोर कर दिता जाता है। इस तरह करन नाल सूक्ष्म जीवां दा वाधा जिहड़ा नहीं हुंदा। इस किरिया की खोज है जिहड़ी लुईस पास्चर ने की सी, जिस करके इस किरिया नूं की नाम दे दिता गया? पाश्चीकरण है जिहड़ा नाम दे दिता गया। हाँ जी बच्चों, इस तो इलावा असीं भोजन का सुरक्षण कर सकते हैं पैकेटां विच भंडार करके। अजकल सुक्के मेविਆਂ ਅਤੇ सब्जियां नूं जीवाणुओं के हमले तो बचा के रखने लई हवाबंद पैकेटां विच सीलबंद है जिहड़ा करके बेचिया ਜਾਂਦਾ है। इस तरह के पैकेट तो असीं बाज़ारां 'ਚ आम ही वेखे होणगे। अगे आंदा बच्चों, नाइट्रोजन स्थिरीकरण। बहुत ही महत्वपूर्ण टॉपिक है नाइट्रोजन स्थिरीकरण। बच्चों, तुसीं 6वीं ਅਤੇ 7वीं जमात विच राइजोबियम जीवाणु बारे जिहड़ा पहलां पढ़ चुके हो। यह बच्चों फलीदार पौदिਆਂ जिवें कि दालां विच नाइट्रोजन नूं स्थिर करन दा जिहड़ा काम करदे ने। याद करो कि जिहड़ी राइजोबियम जीवाणु है ये फलीदार पौदिਆਂ ਦੀਆਂ जड़ गंढां विच रहिंदे ने। तुहाडे सामने चित्र बनिया होया है। ये जिहड़ियां गंढां ने इस विच की है? राइजोबियम नाम दा जीवाणु है। जिवें कि सोयाबीन ਅਤੇ मटर, जिन्हां नाल इन्हां जीवाणुओं दा सहजीवी संबंध हुंदा है।
कई बार आकाशी बिजली चमकन वेले भी नाइट्रोजन का स्थिरीकरण है जिहड़ा हो जाता है। पर तुसी जानते हो कि वायुमंडल विच नाइट्रोजन की मात्रा की हुंदी है, हमेशा स्थिर रहिंदी है। तो तुसी हैरान होवोगे अजिहा किवें हुंदा है। आओ आपां हुण अगले सैक्शन विच इस नूं भी ध्यान नाल समझिए। हुण बच्चों साडा टॉपिक जो है नाइट्रोजन चक्कर है। बच्चों साडे वायुमंडल विच 78% की है नाइट्रोजन गैस है। सारे संजीवां विच नाइट्रोजन की एक जरूरी अंश हुंदा है, क्योंकि प्रोटीन, क्लोरोफिल, न्यूक्लिक एसिड अते विटामिनां विच यह है जिहड़ा आम तौर पर पाया जाता है। वायुमंडल विचली जिहड़ी नाइट्रोजन है यह पौदियां अते जंतुओं द्वारा सीधे ही प्राप्त नहीं की जा सकती, सीधी नहीं प्राप्त की जा सकती। इवें मिट्टी विचले कुछ जीवाणु ने जिहड़े अते नीली हरी काई वायुमंडल विचली मुक्त नाइट्रोजन नूं की करदे ने, स्थिर कर लैंदे ने। स्थिर करन तो बाद नाइट्रोजन के यौगिकां विच इस नूं बदल दिंदे हन। एक बार जदों नाइट्रोजन वरतों योग यौगिकां विच बदल जाते हैं तो इन्हां नूं पौदियां दीआं जड़ प्रणाली द्वारा मिट्टी विच सोख के जिहड़ा वरत लिया जाता है। इस तरह नाइट्रोजन की वरतों पौधा प्रोटीन अते होर यौगिकां दा संश्लेषण करन विच भी कीती जाती है। जंतु जदों पौदिਆਂ ਨੂੰ ਖਾਂਦੇ ਹਨ ਤਾਂ ਉਹ ਇਹਨਾਂ ਪ੍ਰੋਟੀਨਾਂ ਅਤੇ ਨਾਈਟ੍ਰੋਜਨ ਦੇ ਯੌਗਿਕਾਂ ਨੂੰ ਪ੍ਰਾਪਤ ਕਰ ਲੈਂਦੇ ਹਨ। ਕਿਸ ਨੂੰ? ਇਹ ਜਿਹੜੇ ਪ੍ਰੋਟੀਨ ਤੇ ਨਾਈਟ੍ਰੋਜਨ ਦੇ ਯੌਗਿਕ ਹੁੰਦੇ ਨੇ। ਜਦੋਂ ਬੱਚੋ ਪੌਦੇ ਅਤੇ ਜੰਤੂ ਮਰ ਜਾਂਦੇ ਹਨ ਤਾਂ ਮਿੱਟੀ ਵਿਚਲੇ ਬੈਕਟੀਰੀਆ ਅਤੇ ਉੱਲੀਆਂ ਨਾਈਟ੍ਰੋਜਨ ਯੁਕਤ ਫਾਲਤੂ ਪਦਾਰਥਾਂ ਦਾ ਅਪਘਟਨ ਕਰਕੇ ਨਾਈਟ੍ਰੋਜਨੀ ਯੌਗਿਕਾਂ ਵਿੱਚ ਬਦਲ ਦਿੰਦੀਆਂ ਹਨ, ਜਿਨ੍ਹਾਂ ਨੂੰ ਦੁਬਾਰਾ ਪੌਦੇ ਨੇ ਜਿਹੜੇ ਸੋਖ ਲੈਂਦੇ ਹਨ। ਕੁਝ ਹੋਰ ਜੀਵਾਣੂ ਨਾਈਟ੍ਰੋਜਨ ਦੇ ਯੌਗਿਕਾਂ ਨੂੰ ਮੁਕਤ ਨਾਈਟ੍ਰੋਜਨ ਵਿੱਚ ਬਦਲ ਦਿੰਦੇ ਹਨ, ਜਿਹੜੇ ਕਿ ਵਾਪਸ ਵਾਯੂਮੰਡਲ ਵਿੱਚ ਚਲੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਕੀ ਹੁੰਦਾ ਹੈ? ਵਾਯੂਮੰਡਲ ਵਿੱਚ ਨਾਈਟ੍ਰੋਜਨ ਦੀ ਪ੍ਰਤੀਸ਼ਤ ਮਾਤਰਾ ਹੈ ਜਿਹੜੀ ਥੋੜੀ ਜਾਂ ਬਹੁਤ ਹੱਦ ਤੱਕ ਸਥਿਰ ਹੀ ਰਹਿ ਪਾਉਂਦੀ ਹੈ। ਜਿਵੇਂ ਕਿ ਬੱਚਿਓ ਹੁਣ ਇੱਥੇ ਇੱਕ ਚਿੱਤਰ ਹੈ, ਇਸ ਨੂੰ ਧਿਆਨ ਨਾਲ ਦੇਖੋ। ਇੱਥੇ ਮਿੱਟੀ ਵਿੱਚ ਨਾਈਟ੍ਰੋਜਨ ਦੇ ਯੌਗਿਕ ਨੇ, ਇਹਨਾਂ ਨੂੰ ਕੌਣ ਗ੍ਰਹਿਣ ਕਰ ਲੈਂਦਾ ਹੈ? ਪੌਦੇ ਗ੍ਰਹਿਣ ਕਰਦੇ ਨੇ। ਪੌਦਿਆਂ ਨੂੰ ਕੌਣ ਗ੍ਰਹਿਣ ਕਰਦਾ ਹੈ? ਜੰਤੂ। ਜਦੋਂ ਜੰਤੂ ਮਰ ਜਾਂਦੇ ਨੇ ਜਾਂ ਇਹਨਾਂ ਦਾ ਮਲ ਮੂਤਰ ਹੁੰਦਾ ਹੈ ਉਹ ਕਿਸ ਵਿੱਚ ਬਦਲ ਜਾਂਦੇ ਨੇ? ਨਾਈਟ੍ਰੋਜਨ ਯੁਕਤ ਫਾਲਤੂ ਪਦਾਰਥ ਨੇ ਜਿਹੜੇ ਇੱਥੇ ਬਦਲ ਜਾਂਦੇ ਨੇ, ਜਿਹੜੇ ਐਂਡ ਤੇ ਕਿੱਥੇ ਆ ਜਾਂਦੇ ਨੇ? ਵਾਪਸ ਨਾਈਟ੍ਰੋਜਨ ਯੌਗਿਕਾਂ ਵਿੱਚ ਚਲੇ ਜਾਂਦੇ ਨੇ। ਹੁਣ ਜਿਹੜੇ ਨਾਈਟ੍ਰੋਜਨ ਯੌਗਿਕ ਨੇ जीवाणुओं द्वारा नाइट्रोजन यौगिकां नूं मुक्त नाइट्रोजन विच है जिहड़ा इत्थे बदल लिया जाता है। यही फिर नाइट्रोजन है जिहड़ी वायुमंडल विच है जिहड़ी चली जाती है। जदों बच्चों बिजली चमकदी है फिर नाइट्रोजन का स्थिरीकरण करके ये मिट्टी विच वापस आ जाती है। जां नाइट्रोजन का स्थिरीकरण जीवाणु अते नीली हरी काई द्वारा वायुमंडली नाइट्रोजन का स्थिरीकरण किया जाता है ਅਤੇ जीवाणुओं द्वारा नाइट्रोजन के यौगिकां विच स्थिरीकरण करन तो बाद वापस मिट्टी विच चला जाता है। इस तरह यह चक्कर है जिहड़ा चलदा रहिंदा है। बच्चों ये सी साडा भाग 2 जो अज असीं समझिया है। यह वीडियो देखने लई बच्चों तुहाडा बहुत बहुत धन्नवाद। इस तो बाद असीं करांगे भाग 3 विच इस दे अभ्यास दे प्रश्न उत्तर।